डॉक्टर साहब अज भी डॉक्टरों के अगे क्या चुनौतियां हैं? डॉक्टरों की मेन चुनौती क्वैकरी है तो मिक्सोपैथी है एंड दूजा मॉब वायलेंस। उस तरह ਦੀਆਂ ਪਾਲਿਸੀਆਂ ਬਣਾਈਆਂ ਜਾਣ ਕਿ ਜਿਹੜੀਆਂ ਡਾਕਟਰ ਐਂਡ ਪੇਸ਼ੈਂਟ ਫਰੈਂਡਲੀ ਹੋਣ, ਦੋਨਾਂ ਦੇ ਫਰੈਂਡਲੀ ਹੋਣ। ਇਹ ਜਿਹੜੀ ਜੋ ਵੀ ਤਕਲੀਫਾਂ ਮਰੀਜ਼ਾਂ ਦੀਆਂ ਅਸੀਂ ਉਹਨੂੰ ਸੁਣਨ ਲਈ ਬੈਠੇ ਹਾਂ। ਉਹਨਾਂ ਨੂੰ ਵੀ ਜਿਹੜੀਆਂ ਹੈ ਇੱਕਦਮ ਤਾਂ ਸਾਰੀਆਂ ਚੀਜ਼ਾਂ ਸੁਧਰ ਨਹੀਂ ਜਾਣਗੀਆਂ। ਕੋਈ ਵੀ ਜਾਦੂ ਦੀ ਚੜੀ ਨਹੀਂ ਹੈ ਕਿਸੇ ਕੋਲ। ਇਸ ਤਰ੍ਹਾਂ ਪੁਰਾਣੇ ਜ਼ਮਾਨੇ ਦੇ ਵਿੱਚ ਪ੍ਰੈਕਟਿਸ ਅਲਾਉਡ ਕੀਤੀ ਜਾਂਦੀ ਹੈਗੀ ਸੀ, ਜਿਹਨੂੰ ਪੇ ਕਲੀਨਿਕਸ ਕਹਿੰਦੇ ਸਨ। ਇਹ ਮੇਰਾ ਇੱਕ ਐਸਾ ਏਜੰਡਾ ਹੈਗਾ ਕਿ ਜਿਹੜਾ ਮੈਂ ਹਮੇਸ਼ਾ ਕੈਰੀ ਕਰੂੰਗਾ। अमृतसर में आज ऑल इंडिया स्टेट मेडिकल काउंसिल की कॉन्फ्रेंस करवाई जा रही है, जिसमें देश की तमाम जो स्टेटें हैं, तमाम राज्य हैं, उनसे उनके जो मेडिकल काउंसिल्स हैं वहाँ के प्रेसिडेंट यहाँ पर पहुँचे हुए हैं और भी डॉक्टर यहाँ पर आए हुए हैं। यहाँ पर पंजाब मेडिकल काउंसिल के प्रधान डॉक्टर चरणजीत सिंह परूथी हैं, बाबा फरीद यूनिवर्सिटी मेडिकल साइंसेज के डॉक्टर अवनीश कुमार हैं, डॉक्टर अशोक उप्पल हैं और भी बहुत सारे डॉक्टर हैं जो यहाँ पर पहुँचे हुए हैं। हम पहले बात करेंगे डॉक्टरों के साथ, इन्हें आज भी किन चुनौतियों का सामना करना पड़ रहा है। साल ने डॉक्टर चरणजीत सिंह परूथी पंजाब मैडिकल काउंसिल के प्रधान हैं। डॉक्टर साहब सत श्री अकाल जी। सत श्री अकाल जी। डॉक्टर साहब अज तुसीं एक ऑल इंडिया स्टेट जिहड़ी है मैडिकल काउंसिल की मीटिंग अज इत्थे हुई है, इहदा बेसिकली मकसद क्या सीगा ते इहदा फायदा क्या होएगा? ऑल इंडिया स्टेट मैडिकल काउंसिल्स ਦੀ ਮੀਟਿੰਗ ਦਾ ਜਿਹੜਾ ਮੇਨ ਮਕਸਦ ਹੈ ਕਿ ਜਿੰਨੀਆਂ ਵੀ ਇੰਡੀਆ ਦੇ ਵਿੱਚ ਸਟੇਟਸ ਹੈਗੀਆਂ ਨੇ, ਹਰ ਸਟੇਟ ਦੇ ਵਿੱਚ ਇੱਕ ਸਟੇਟ ਮੈਡੀਕਲ ਕਾਉਂਸਲ ਹੈ ਜਿਹੜੀ ਗਵਰਨ ਕਰਦੀ ਹੈ ਕੁਆਲੀਫਾਈਡ ਡਾਕਟਰਾਂ ਦੀ ਰਜਿਸਟ੍ਰੇਸ਼ਨ। ਉਹਨਾਂ ਦੇ ਉੱਤੇ ਕੋਈ ਐਥੀਕਲ ਕਮੇਟੀ ਦੇ ਵਿੱਚ ਕੋਈ ਨੈਗਲੀਜੈਂਸੀ ਦਾ ਐਕਸ਼ਨ ਆਉਂਦਾ ਹੈ, ਕੋਈ ਡਿਸਪਲਿਨਰੀ ਐਕਸ਼ਨ ਆਉਂਦਾ ਹੈ, ਜਾਂ ਕੋਈ ਐਡਵਰਟੀਜ਼ਮੈਂਟ ਦੇ ਉਹਨਾਂ ਨੇ ਕੋਈ ਰੂਲਸ ਨੂੰ ਵਾਇਲੇਟ ਕੀਤਾ ਉਹਦੇ 'ਤੇ ਐਕਸ਼ਨ ਆਉਂਦਾ। ਉਹਨਾਂ ਉੱਤੇ ਕੰਟਰੋਲ ਕਰਨਾ, ਜਾਂ ਕਿਸੇ ਨੂੰ ਕੋਈ NOC ਚਾਹੀਦਾ ਉਹ ਇੱਕ ਸਟੇਟ ਤੋਂ ਦੂਸਰੀ ਸਟੇਟ ਜਾ ਰਿਹਾ, ਕੋਈ ਗੁੱਡ ਸਟੈਂਡਿੰਗ ਸਰਟੀਫਿਕੇਟ ਚਾਹੀਦਾ, ਕਿਸੇ ਨੇ ਫੋਰਨ ਜਾ ਕਰਨਾ, ਉਹਦਾ ਸਾਰਾ ਰਿਕਾਰਡ ਰੱਖਣਾ ਪੈਂਦਾ ਜੀ। ਅਤੇ ਰਜਿਸਟ੍ਰੇਸ਼ਨ ਦੀ ਰੀਨਿਊਲ ਵੀ ਹੁੰਦੀ ਹੈ। ਕੋਈ ਵੀ ਡਾਕਟਰ ਜਿਹੜਾ ਆਪਣੀ ਸਟੇਟ ਦੇ ਵਿੱਚ ਰਜਿਸਟਰਡ ਨਹੀਂ ਹੈਗਾ ਉਹ ਪ੍ਰੈਕਟਿਸ ਨਹੀਂ ਕਰ ਸਕਦਾ। ਹੀ ਇਜ਼ ਨਾਟ ਏ ਲਾਇਸੈਂਸੀ ਫਾਰ ਪ੍ਰੈਕਟਿਸਿੰਗ ਐਜ਼ ਮੈਡੀਕਲ, ਭਾਵੇਂ ਉਹਨੇ ਡਿਗਰੀ ਲਈ ਹੋਈ ਹੈ। ਇਟਸ ਏ ਕਸਟਮਰੀ ਕਿ ਉਹਨੂੰ ਪ੍ਰੈਕਟਿਸ ਕਰਨ ਤੋਂ ਪਹਿਲਾਂ ਆਪਣਾ ਲਾਇਸੈਂਸ ਪੰਜਾਬ ਮੈਡੀਕਲ ਕਾਉਂਸਲ ਜਾਂ ਕਿਸੇ ਵੀ ਸਟੇਟ ਮੈਡੀਕਲ ਕਾਉਂਸਲ ਤੋਂ ਆਪਣੀ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਹੈ ਅਤੇ ਟਾਈਮ ਟੂ ਟਾਈਮ CME ਆਵਰਸ ਦੇ ਨਾਲ ਉਹਨੂੰ ਰੀਨਿਊਲ ਕਰਾਉਣਾ ਪੈਂਦਾ ਹੈ। ਅੱਜ ਵੀ ਐਸੇ ਮੁੱਦੇ ਨੇ ਜਿਹੜੇ ਸਾਰੀਆਂ ਸਟੇਟਸ ਫੇਸ ਕਰਦੀਆਂ ਨੇ। ਜਿਵੇਂ ਹੁਣ ਕਰੋਨਾ ਤੋਂ ਬਾਅਦ ਕੁਝ ਫੋਰਨ ਮੈਡੀਕਲ ਗ੍ਰੈਜੂਏਟਸ ਆਏ ਨੇ, ਉਹਨਾਂ ਦੀ ਇੰਟਰਨਸ਼ਿਪ ਦਾ ਮੁੱਦਾ ਬਹੁਤ ਪੱਖਿਆ ਹੋਇਆ। ਨੈਸ਼ਨਲ ਮੈਡੀਕਲ ਕਮਿਸ਼ਨ ਉਹਨੂੰ ਨਵੇਂ ਰੂਲਸ ਐਂਡ ਰੈਗੂਲੇਸ਼ਨ ਬਣ ਰਹੇ ਨੇ। ਕਿਸੇ ਦੀ ਇੰਟਰਨਸ਼ਿਪ ਖਤਮ ਹੋ ਚੁੱਕੀ ਹੈ, ਕੋਈ ਕਹਿੰਦਾ ਮੇਰੀ ਖਤਮ ਹੋਣ ਵਾਲੀ ਹੈ, ਅਤੇ ਨੈਸ਼ਨਲ ਮੈਡੀਕਲ ਕਮਿਸ਼ਨ ਕਹਿੰਦਾ 2 ਸਾਲ ਦੀ। We have to follow the National Medical Council guidelines. We cannot go beyond that. But we have to come at the same platform ਕਿ ਜਿੰਨੀਆਂ ਵੀ ਸਟੇਟ ਕਾਉਂਸਲਸ ਨੇ ਆਲ ਓਵਰ ਇੰਡੀਆ, ਉਹ ਇੱਕ ਪਲੇਟਫਾਰਮ 'ਤੇ ਕੰਮ ਕਰਨ। ਉਹਨਾਂ ਦਾ ਟੈਕਨੋਲੋਜੀਕਲੀ ਇੱਕ ਦੂਜੇ ਨਾਲ ਕਨੈਕਸ਼ਨ ਹੋਣਾ ਚਾਹੀਦਾ, ਤਾਂ ਕਿ ਜੇ ਕੋਈ ਫਰੋਡੂਲੈਂਟ ਡਿਗਰੀ ਹੈ, ਕੋਈ ਫੇਕ ਡਿਗਰੀ ਹੈ, ਕੋਈ ਗਲਤ ਸਰਟੀਫਿਕੇਟ ਹੈ, ਕੋਈ ਜਾਲੀ ਸਰਟੀਫਿਕੇਟ ਬਣਾ ਕੇ ਪ੍ਰੈਕਟਿਸ ਕਰ ਰਿਹਾ ਹੈ, ਤਾਂ ਉਹ ਸਾਰੀਆਂ ਸਟੇਟ ਕਾਉਂਸਲ ਦੇ ਵਿੱਚ ਅਗਰ ਟੈਕਨੋਲੋਜੀਕਲੀ ਅਸੀਂ ਆਨਲਾਈਨ ਕਨੈਕਟਡ ਹੋਵਾਂਗੇ ਜਿੱਦਾਂ ਸਾਡੇ ਬਾਕੀ ਮਹਿਕਮੇ ਨੇ, ਅਤੇ ਉਹ ਇਮੀਡੀਏਟਲੀ ਫੜ ਹੋ ਸਕਦਾ, ਉਹ ਗਲਤ ਬੰਦਾ ਪ੍ਰੈਕਟਿਸ ਨਹੀਂ ਕਰ ਪਏਗਾ। ਇਸੇ ਤਰ੍ਹਾਂ ਇੱਕ ਕੁਐਕਰੀ ਦਾ ਮੁੱਦਾ ਹੈ ਕਿ ਜਿਹੜੇ ਡਾਕਟਰ ਕੁਆਲੀਫਾਈਡ ਹੈ ਨਹੀਂ, 8ਵੀਂ 9ਵੀਂ ਪਾਸ ਨੇ, 2 ਸਾਲ ਕਿਸੇ ਡਾਕਟਰ ਕੋਲ ਲਾਏ, ਪ੍ਰੈਕਟਿਸ ਕਰਕੇ ਆਪਣੇ ਨੂੰ ਡਾਕਟਰ ਸਮਝਣ ਲੱਗ ਗਏ, ਪਿੰਡਾਂ ਦੇ ਵਿੱਚ ਰੂਰਲ ਏਰੀਆ ਦੇ ਵਿੱਚ ਬੈਠ ਕੇ ਆਪਣਾ ਦਾਜ ਜਮਾਉਂਦੇ ਨੇ, ਅਤੇ ਲੋਕ ਅਣਿਆਈ ਮੌਤੇ ਮਾਰੇ ਜਾਂਦੇ ਨੇ। ਸੋ ਵੀ ਵਾਂਟ ਕਿ ਕੰਟਰੋਲ ਕਰੀਏ ਕੁਐਕਰੀ ਨੂੰ ਵੀ, ਜਿਹਦੇ ਵਿੱਚ ਸਾਨੂੰ ਗੌਰਮੈਂਟ ਦੀ ਅਤੇ ਨੈਸ਼ਨਲ ਮੈਡੀਕਲ ਕਮਿਸ਼ਨ ਦੀ ਮਦਦ ਦੀ ਲੋੜ ਹੈ। ਇਸੇ ਤਰ੍ਹਾਂ ਮਿਕਸੋਪੈਥੀ ਹੈ, ਇੱਕ ਡਾਕਟਰ ਐਲੋਪੈਥਿਕ ਹੈ ਜਾਂ ਯੂਨਾਨੀ ਹੈ ਜਾਂ ਹੋਮਿਓਪੈਥ ਹੈ, ਉਹ ਦਵਾਈਆਂ ਪ੍ਰਿਸਕ੍ਰਾਈਬ ਕਰ ਰਿਹਾ ਐਲੋਪੈਥਿਕ, तो we have to keep a control on them. So they are not qualified for the allopathic medicine, and similarly allopathic is not qualified for the Ayurvedic and Unani medicines and homeopathic medicines. This is called mixopathy. So ਅਸੀਂ ਨੈਸ਼ਨਲ ਮੈਡੀਕਲ ਕਮਿਸ਼ਨ ਨੂੰ ਸਾਰੀਆਂ ਸਟੇਟ ਕਾਉਂਸਲ ਦੀ ਮੀਟਿੰਗ ਕਰਕੇ ਇਹ ਸੁਨੇਹਾ ਪਹੁੰਚਾਉਣਾ ਚਾਹੁੰਦੇ ਹਾਂ ਕਿ ਇਹ ਜਿਹੜੇ ਇੰਪੋਰਟੈਂਟ ਮੁੱਦੇ ਨੇ, ਭਖਦੇ ਮੁੱਦੇ ਨੇ, ਇਹਨਾਂ ਨੂੰ ਕੰਟਰੋਲ ਕਰਨਾ ਚਾਹੀਦਾ, ਤਾਂ ਕਿ ਇੱਕ ਕੰਸੈਂਸਸ ਬਣੇ ਕਿ ਸਾਰੀਆਂ ਸਟੇਟਸ ਇੱਕ ਲੈਵਲ 'ਤੇ ਹੋਣ ਅਤੇ ਨੈਸ਼ਨਲ ਮੈਡੀਕਲ ਕਮਿਸ਼ਨ ਸਾਡੀ ਸੁਣਵਾਈ ਕਰੇ, ਅਤੇ ਇਹਨਾਂ ਮੁੱਦਿਆਂ 'ਤੇ ਗੌਰਮੈਂਟ ਲੈਵਲ 'ਤੇ ਕੰਟਰੋਲ ਹੋਣਾ। ਕਾਉਂਸਲਸ ਆਪਣੇ ਤੌਰ 'ਤੇ ਕੁਛ ਨਹੀਂ ਕਰ ਪਾਉਂਦੀਆਂ। ਡਾਕਟਰ ਸਾਹਿਬ ਮਿਕਸੋਪੈਥੀ ਬੜਾ ਵੱਡਾ ਮੁੱਦਾ ਰਿਹਾ, ਕਾਫੀ ਦੇਰ ਤੋਂ ਡਾਕਟਰ ਲੜ ਵੀ ਰਹੇ। ਪਿੱਛੇ ਤੁਹਾਨੂੰ ਯਾਦ ਹੋਣਾ ਸਰਕਾਰ ਨੇ ਇੱਕ ਪਲਾਨ ਵੀ ਚਲਾਇਆ ਸੀਗਾ ਵੀ ਜਿਹੜੇ ਕੁਛ ਆਯੂਸ਼ ਦੇ ਹੈ ਉਹਨਾਂ ਨੂੰ ਕੋਈ ਟ੍ਰੇਨਿੰਗ ਦੇ ਕੇ ਅਤੇ ਬਣਾ ਦਿੱਤਾ ਜਾਵੇ। ਇਹ ਬੜੀਆਂ ਸਾਰੀਆਂ ਚੁਣੌਤੀਆਂ ਜਿਹੜੀਆਂ ਹਜੇ ਵੀ ਡਾਕਟਰਾਂ ਨੂੰ ਉਹਨਾਂ 'ਚੋਂ ਲੰਘਣਾ ਪੈ ਰਿਹਾ। ਇਹਨਾਂ ਚੁਣੌਤੀਆਂ ਨੂੰ ਹੀ ਸਾਹਮਣੇ ਰੱਖਦੇ ਹੋਏ ਅਸੀਂ ਇਹ ਸਟੇਟ ਕਾਉਂਸਲ ਦੀ ਜਿਹੜੀ ਮੀਟ ਆਲ ਸਟੇਟ ਕਾਉਂਸਲ ਦੀ ਪਲਾਨ ਕੀਤੀ ਹੈ, ਅਤੇ ਅਸੀਂ ਮੈਨੂੰ ਉਮੀਦ ਹੈ ਕਿ ਬਾਕੀ ਸਟੇਟਸ ਵੀ, ਜੇ 1-2 ਸਟੇਟਸ ਨੇ ਆਫਰ ਵੀ ਦਿੱਤੀ ਕਿ ਅਗਲੇ ਸਾਲ ਅਸੀਂ ਕਰਾਂਗੇ, ਜਿੱਦਾਂ ਹੈਦਰਾਬਾਦ ਨੇ ਕਿਹਾ, ਦਿੱਲੀ ਵਾਲਾ ਕਹਿੰਦਾ ਅਸੀਂ ਕਰਾਂਗੇ, ਤਾਂ ਕਿ ਇਹ ਜਿਹੜੀ ਟ੍ਰੈਡੀਸ਼ਨ ਹੈ, ਤਾਂ ਕਿ ਡਿਫੀਕਲਟੀਜ਼ ਹਰ ਸਾਲ ਡਿਸਕਸ ਹੋਣ, ਕੀ ਨਵੇਂ ਮੁੱਦੇ ਆਏ, ਕੀ ਉਹਨਾਂ ਦੀ ਪਲੈਨਿੰਗ ਹੈ, ਕੀ ਉਹਨਾਂ ਦਾ ਜਿਹੜਾ ਸੋਲੂਸ਼ਨ ਹੈ, ਉਹ ਨੈਸ਼ਨਲ ਮੈਡੀਕਲ ਕਮਿਸ਼ਨ ਨੂੰ ਨਾਲ ਲੈ ਕੇ ਕਰ ਦਿੱਤਾ ਜਾਵੇ। ਡਾਕਟਰ ਸਾਹਿਬ ਅੱਜ ਵੀ ਡਾਕਟਰਾਂ ਦੇ ਅੱਗੇ ਕੀ ਚੁਣੌਤੀਆਂ ਹੈ? ਡਾਕਟਰਾਂ ਦੀ ਮੇਨ ਚੁਣੌਤੀ ਕੁਐਕਰੀ ਹੈ ਅਤੇ ਮਿਕਸੋਪੈਥੀ ਹੈ, ਐਂਡ ਦੂਜਾ ਮੌਬ ਵਾਇਲੈਂਸ।
ਮੌਬ ਵਾਇਲੈਂਸ ਕੀ ਕਿ ਪੁਲਿਸ ਨੇ ਜਦੋਂ ਮੌਬ ਅਟੈਕ ਕਰਦਾ ਡਾਕਟਰ ਨੂੰ, ਪੁਲਿਸ ਕਹਿੰਦੀ ਜੀ ਅਸੀਂ ਹੁਣ ਮੌਬ ਨੂੰ ਕੰਟਰੋਲ ਕਰਨਾ ਜੀ, ਉਹ ਡਾਕਟਰ ਨੂੰ ਫੜ ਕੇ ਗੱਡੀ 'ਚ ਬਿਠਾ ਲੈਣਗੇ ਜਾਂ ਅੰਦਰ ਬਿਠਾ ਲੈਣਗੇ। ਮਤਲਬ ਉਹ ਉੱਥੇ ਉਹਨਾਂ ਨੂੰ ਇੱਕ ਦਿਖਾਵਾ ਕਰਨਾ ਪੈਂਦਾ ਕਿ ਅਸੀਂ ਡਾਕਟਰ 'ਤੇ ਐਕਸ਼ਨ ਲੈ ਰਹੇ ਹਾਂ, ਵਿਚ ਇਜ਼ ਰੋਂਗ। ਜਿਹਦੇ 'ਚ ਡਾਕਟਰ ਦਾ ਕਸੂਰ ਕੋਈ ਨਹੀਂ ਹੁੰਦਾ। ਸੁਪਰੀਮ ਕੋਰਟ ਦੀ ਗਾਈਡਲਾਈਨ ਦੇ ਮੁਤਾਬਕ ਦੇ ਕੈਨੋਟ ਅਰੈਸਟ ਡਾਕਟਰ, ਦੇ ਕੈਨੋਟ ਟੇਕ ਐਨ ਐਕਸ਼ਨ ਔਨ ਐਨੀ ਡਾਕਟਰ ਅੰਟਿਲ ਐਂਡ ਅਨਲੈਸ ਦ ਨੈਗਲੀਜੈਂਸੀ ਇਜ਼ ਪ੍ਰੂਵਡ। ਉਹਦੇ ਵਾਸਤੇ ਗੌਰਮੈਂਟ ਨੇ ਬੋਰਡ ਬਣਾਏ ਨੇ, ਪੰਜਾਬ ਮੈਡੀਕਲ ਕੌਂਸਲ ਨੂੰ ਕੰਪਲੇਂਟਸ ਆਉਂਦੀਆਂ ਨੇ, ਜਦੋਂ ਅਨੈਲਿਸਿਸ ਹੋ ਜਾਵੇ, ਜਦੋਂ ਉਹਨਾਂ ਦਾ ਕਸੂਰ ਫੜ ਹੋ ਜਾਵੇ, ਉਹਦੇ ਬਾਅਦ ਕੋਈ ਐਕਸ਼ਨ ਲਿਆ ਜਾ ਸਕਦਾ, ਨਾ ਕਿ ਡਾਇਰੈਕਟਲੀ ਕਿਸੇ ਡਾਕਟਰ ਨੂੰ ਅਰੈਸਟ ਕਰਕੇ ਜੇਲ੍ਹ 'ਚ ਬਿਠਾਇਆ ਜਾ ਸਕਦਾ। ਤੁਸੀਂ ਹੋਰ ਕੁਝ ਡਾਕਟਰ ਸਾਹਿਬ ਦੱਸਣਾ ਚਾਹੋ, ਕੋਈ ਮੈਸੇਜ ਦੇਣਾ ਚਾਹੋ? ਅੱਛਾ, ਇਹ ਸਾਡੇ ਨਾਲ ਨੇ ਡਾਕਟਰ ਅਸ਼ੋਕ ਉੱਪਲ, ਜਿਹੜੇ ਕਿ ਪੰਜਾਬ ਮੈਡੀਕਲ ਕੌਂਸਲ ਦੇ ਮੈਂਬਰ ਨੇ ਤੇ ਆਰਗੇਨਾਈਜ਼ਰ ਨੇ। ਇੱਥੇ ਜਿਹੜਾ ਅੱਜ ਕਾਨਫਰੰਸ ਆਰਗੇਨਾਈਜ਼ ਹੋਈ ਹੈ, ਡਾਕਟਰ ਅਸ਼ੋਕ ਉੱਪਲ ਦਾ ਬਹੁਤ ਅਹਿਮ ਰੋਲ ਹੈ। ਡਾਕਟਰ ਸਾਹਿਬ, ਤੁਸੀਂ, ਮੈਂ ਸਵਾਲ ਜਿਹੜਾ ਡਾਕਟਰ ਸਾਹਿਬ ਨੂੰ ਪੁੱਛਿਆ ਸੀ ਵੀ ਕੀ ਆ ਡਾਕਟਰਾਂ ਨੂੰ ਵੀ ਅੱਜ ਕਿੰਨੀਆਂ ਚੁਣੌਤੀਆਂ ਤੋਂ ਗੁਜ਼ਰਨਾ ਪੈ ਰਿਹਾ? ਦੇਖੋ, ਮੇਰੇ ਹਿਸਾਬ ਦੇ ਨਾਲ ਡਾਕਟਰਾਂ ਦੇ ਅੱਗੇ ਜਿਹੜੀ ਸਭ ਤੋਂ ਜ਼ਿਆਦਾ ਵੱਡੀ ਚੁਣੌਤੀ ਹੈ ਨਾ ਅੱਜ ਕੱਲ੍ਹ, ਉਹ ਇਹ ਹੈ ਕਿ ਇੱਕ ਪਾਸੇ ਤਾਂ ਆਪਣੇ ਕੰਮ ਦਾ ਸਟ੍ਰੈਸ ਹੁੰਦਾ ਹੈਗਾ ਜੀ, ਔਰ ਕੰਮ ਦੇ ਵਿੱਚ ਵੀ ਆਪਾਂ ਨੇ ਐਕਸੈਲ ਕਰਨਾ ਹੈਗਾ, ਕੰਮ ਦੇ ਵਿੱਚ ਕੰਪੀਟੀਸ਼ਨ ਵੀ ਹੈ, ਇਹ ਸਾਰਾ ਸਟ੍ਰੈਸ ਹੈ। ਦੂਸਰੇ ਪਾਸੇ ਉਹਨੂੰ ਇਹ ਸਟ੍ਰੈਸ ਹੁੰਦਾ ਹੈਗਾ ਆ, ਡਾਕਟਰ ਦਾ ਅੱਜ ਕੱਲ੍ਹ ਮਾਈਂਡ ਹੀ ਫਰੀ ਨਹੀਂ ਹੈਗਾ, ਡਾਕਟਰ ਵੀ ਤਣਾਅ 'ਚ, ਸਟ੍ਰੈਸ ਹੈ। ਕਿਉਂ ਸਟ੍ਰੈਸ 'ਚ ਹੈ? ਮਤਲਬ ਇਹ ਜੋ ਹਾਲਾਤ ਹੈਗੇ ਨੇ, ਇੱਕ ਨੂੰ ਪ੍ਰਿਸਕ੍ਰਿਪਸ਼ਨ ਦੇਣੇ, ਅਸੀਂ ਅੱਗੇ ਬਿਲਕੁਲ ਫਰੀ ਮਾਈਂਡ ਪ੍ਰਿਸਕ੍ਰਿਪਸ਼ਨ ਹੋ ਕੇ ਦੇ ਦਿੱਤਾ ਵੀ ਠੀਕ ਆ। ਹੁਣ ਪ੍ਰਿਸਕ੍ਰਿਪਸ਼ਨ ਦੇ ਨਾਲ ਲਿਖਣਾ ਪੈਂਦਾ ਹੈਗਾ ਕਿ ਇਹਨੂੰ ਇਹ ਵੀ ਦੱਸਤਾ ਗਿਆ, ਇਹ ਵੀ ਦੱਸਤਾ ਗਿਆ, ਇਹ ਵੀ ਦੱਸਤਾ ਗਿਆ ਹੈਗਾ। ਕਈ ਵਾਰੀ ਕੀ ਹੈਗਾ ਆ ਕਿ ਚੁਣੌਤੀ ਫਿਰ ਉਸ ਤੋਂ ਬਾਅਦ ਇਹ ਆ ਜਾਂਦੀ ਹੈਗੀ ਹੈ ਕਿ ਭਾਵੇਂ ਗੌਰਮੈਂਟ ਮੈਡੀਕਲ ਕਾਲਜ ਹੋਵੇ, ਭਾਵੇਂ ਪ੍ਰਾਈਵੇਟ ਜਿਹੜੇ ਡਾਕਟਰ ਹੋਣ, ਉਹਦੇ ਵਿੱਚ ਫਿਰ ਇਹ ਇੱਕ ਤਾਂ ਕੰਪੀਟੀਸ਼ਨ ਵਾਲੀ ਆ, ਇੱਕ ਜਿਹੜਾ ਪਬਲਿਕ ਦੇ ਨਾਲ ਇਹ ਚੀਜ਼ ਹੈਗੀ ਆ। ਤੀਸਰਾ ਫਿਰ ਹੋਰ ਵੀ ਐਸੀਆਂ ਕੋਈ ਨਵੀਆਂ ਗਾਈਡਲਾਈਨਸ ਆ ਗਈਆਂ, ਨਵੇਂ ਕੋਈ ਰੂਲਸ ਰੈਗੂਲੇਸ਼ਨ ਆ ਜਾਂਦੇ ਹੈਗੇ ਨੇ, ਉਹ ਵੀ ਸਾਨੂੰ ਦੂਸਰੇ ਪਾਸਿਓਂ ਜਿਹੜੇ ਉਸ ਆਫਿਸ 'ਚੋਂ ਆਉਂਦੇ ਹੈਗੇ ਨੇ, ਸਿਵਲ ਸਰਜਨ ਆਫਿਸ 'ਚੋਂ ਆਉਂਦੇ ਹੈਗੇ ਨੇ, ਸਰਕਾਰ ਵੱਲੋਂ ਜਿਹੜੇ ਰੂਲਸ ਰੈਗੂਲੇਸ਼ਨ ਆਉਂਦੇ ਆ ਉਹ ਵੀ ਨਾਲ ਅਡੀਅਰ ਕਰਨੇ ਹੈਗੇ ਨੇ। ਸੋ ਦੇਖੋ, ਕੰਮ ਤਾਂ ਸਾਰਾ ਹੀ ਕਰਨਾ ਹੈਗਾ ਆ, ਕੰਮ ਤਾਂ ਰੂਲਸ ਰੈਗੂਲੇਸ਼ਨ ਦੇ ਨਾਲ ਹੀ ਸਾਰੇ ਡਾਕਟਰ ਕਰਨਾ ਚਾਹੁੰਦੇ ਨੇ, ਬਟ ਇੱਕ ਉਹਦੇ ਨਾਲ ਜਿਹੜਾ ਇੱਕ ਸਟ੍ਰੈਸ ਵਾਲਾ ਮਾਹੌਲ ਜਿਹੜਾ ਹੈਗਾ ਨਾ, ਉਹ ਨਹੀਂ ਹੋਣਾ ਚਾਹੀਦਾ। ਇੱਕ ਹੋਰ ਗੱਲ ਮੈਂ ਡਾਕਟਰਾਂ ਦੀ ਜਿਹੜੀ ਹੈ ਨਾ, ਉਹ ਮੈਂ ਜ਼ਰੂਰ ਕਹਿਣੀ ਚਾਹੁੰਦਾ, ਮੈਂ ਹਰ ਫੋਰਮ 'ਤੇ ਕਹਿੰਦਾ, ਉਹ ਮੈਂ ਜ਼ਰੂਰ ਕਹਿਣੀ ਚਾਹੁੰਦਾ ਹੈਗਾ ਕਿ ਡਾਕਟਰਸ ਨੂੰ, ਜਿਸ ਤਰ੍ਹਾਂ ਮੈਡੀਕਲ ਕਾਲਜ ਦੇ ਵਿੱਚ ਡਾਕਟਰਸ ਹੈਗੇ ਨੇ, ਇਹਨਾਂ ਨੂੰ ਜਿਸ ਤਰ੍ਹਾਂ ਪੁਰਾਣੇ ਜ਼ਮਾਨੇ ਦੇ ਵਿੱਚ ਪ੍ਰੈਕਟਿਸ ਅਲਾਊਡ ਕੀਤੀ ਜਾਂਦੀ ਹੈਗੀ ਸੀ, ਜਿਹਨੂੰ ਪੇ ਕਲੀਨਿਕਸ ਕਹਿੰਦੇ ਸਨ, ਇਹ ਮੇਰਾ ਇੱਕ ਐਸਾ ਏਜੰਡਾ ਹੈਗਾ ਹੈ ਕਿ ਜਿਹੜਾ ਮੈਂ ਹਮੇਸ਼ਾ ਕੈਰੀ ਕਰੂੰਗਾ ਕਿ ਡਾਕਟਰਸ ਨੂੰ ਪੇ ਕਲੀਨਿਕਸ, ਜਿਹੜੇ ਸੀਨੀਅਰ ਡਾਕਟਰ ਹੈਗੇ ਸੀ, ਉੱਪਰਲੇ ਪ੍ਰੋਫੈਸਰ, ਐਸੋਸੀਏਟ ਪ੍ਰੋਫੈਸਰ ਲਾਈਕ, ਉਹਦੇ ਵਿੱਚ ਕੀ ਹੁੰਦਾ ਸੀ ਕਿ ਮੈਡੀਕਲ ਕਾਲਜ ਦੇ ਵਿੱਚ ਹੀ ਉਹ ਕਲੀਨਿਕ ਚੱਲਦੀ ਸੀ, ਉਹਦੇ 'ਚੋਂ ਮਤਲਬ 30% ਗੌਰਮੈਂਟ ਨੂੰ ਜਾਂਦਾ ਸੀ, 70% ਹੋ ਜਾਂਦਾ ਹੈਗਾ ਸੀ। ਔਰ ਉਹ ਜਿਹੜਾ ਇੱਕ पेशेंट, अब पेशेंट कहाँ जान? 80 to 85% हेल्थ केयर इज़ इन द प्राइवेट सेक्टर, 15% इज़ इन द गौरमेंट सेक्टर। पेशेंट कहता है नहीं जी मैं प्राइवेट जाना है, प्राइवेट उन्होंने जो पैसे खर्चने पैंदे, ਜਾਂ MRI करा, ਜਾਂ टैसट करा, इको करा, वो कुछ करा, उत्ते खर्चा आंदा है, उत्ते जो खर्चा आंदा वो अफोर्ड नहीं करता। हेल्थ इंश्योरेंस है नहीं गी। अब इसमें हम तो अवेयरनेस ही दे सकते हैं ना कि यार अपनी इंश्योरेंस करवाओ, अपना ये करो, असी गाइड करते कि नहीं यार अपना गौरमेंट इंस्टीट्यूट जाके ये काम करा लो। अब गौरमेंट इंस्टीट्यूट क्या करे? अगर मान लो किसी को ट्रॉमा हो गया, कुछ हो गया, उत्थे न्यूरोसर्जन नहीं है। सो मैं ये नहीं कहता कि गौरमेंट साडी गौरमेंटां सारियां ही चंगियां हैगियां ने, यह भी गौरमेंट बहुत अच्छी है, पहलियां गौरमेंटां भी अच्छियां सी, बट एक हैल्थ केयर दियां पॉलिसीज़ जिहड़ियां हैगियां ने उन्होंने चंगे तरीके नाल फार्मूलेट करके गाइडलाइन दे के उन्होंने फ्लैक्सीबल बनानी चाहिए, फ्लैक्सीबल भी बनानियां चाहिए ने, नाल दी नाल उन्होंने एक डॉक्टर्स जिस तरह पंजाब मैडिकल कौंसल है या बाकी कौंसल हैगियां ने, इन्हों नाल कंसल्टेशन च लैके उस तरह दी पॉलिसियां बनाईयां जान कि जिहड़ियां डॉक्टर एंड पेशेंट फ्रेंडली होण, दोनों दे फ्रेंडली होण। डॉक्टर साहब अज जिहड़ा मेन सी कॉन्फ्रेंस इहदे च निकल के की आया सामने? इस कॉन्फ्रेंस दे विच कुछ तो डिलीबरेशन हो गई ने, कुछ डिलीबरेशन चल रही हैगियां ने, जिस तरह अपने प्रेजिडेंट डॉक्टर परूथी ने भी दस्सिया हैगा कि साडी जिहड़ियां ये कौंसल दी सारी मीटिंग हैगी आ, बहुत ही पंजाब मैडिकल कौंसल की हिम्मत के नाल, डॉक्टर साहब की हिम्मत के नाल सारी मीटिंग अरेंज हुई आ। ये हर तरह की चीज़ डिस्कस होएगी।
ਡਾਕਟਰਾਂ ਦੀ ਰਜਿਸਟ੍ਰੇਸ਼ਨ ਡਿਸਕਸ ਹੋਏਗੀ, ਫੋਰਨ ਮੈਡੀਕਲ ਗ੍ਰੈਜੂਏਟ ਦੀ ਪ੍ਰੋਬਲਮ ਡਿਸਕਸ ਹੋਏਗੀ, ਯੂਕਰੇਨ ਵਾਲੀ ਗੱਲ ਡਿਸਕਸ ਹੋਏਗੀ। ਕੋਈ ਡਾਕਟਰ ਇਸ ਤਰ੍ਹਾਂ ਮਤਲਬ ਕਈ ਜਗ੍ਹਾ 'ਤੇ ਦੇਖਿਆ ਗਿਆ ਕਿ ਬਹੁਤ ਜ਼ਿਆਦਾ ਐਡਵਰਟਾਈਜ਼ਮੈਂਟ ਦੇ ਬੋਰਡ ਲੱਗੇ ਹੁੰਦੇ, ਉਹ ਵੀ ਦੇਖੇ ਜਾਣਗੇ। ਫਿਰ ਸਭ ਤੋਂ ਵੱਡੀ ਪ੍ਰੋਬਲਮ ਤਾਂ ਕੁਐਕਰੀ ਵਾਲੀ ਵੀ ਹੈਗੀ ਆ। ਉਹ ਕੁਐਕਰੀ ਦਾ ਦੇਖੋ, ਕੁਆਲੀਫਾਈਡ ਡਾਕਟਰ ਦੀ ਪ੍ਰਸਕ੍ਰਿਪਸ਼ਨ ਦੇ ਨਾਲ, ਟ੍ਰੀਟਮੈਂਟ ਦੇ ਨਾਲ ਕਦੀ ਕੋਈ ਇੰਨੀ ਜ਼ਿਆਦਾ ਪ੍ਰੋਬਲਮ ਨਹੀਂ ਆਉਂਦੀ, ਬਟ ਅਨਫੋਰਚੂਨੇਟਲੀ ਪੇਸ਼ੈਂਟ ਕਰਨ ਵੀ ਕਿਆ, ਪਿੰਡਾਂ ਦੇ ਵਿੱਚ ਹੈਲਥ ਕੇਅਰ ਹੈ ਨਹੀਂਗਾ, ਕੀ ਕਰਿਓ, ਕਿਤੇ ਨਾ ਕਿਤੇ ਤੇ ਜਾਣਾ। ਤਾਂ ਇਸ ਕਰਕੇ ਬਟ ਅਸੀਂ ਚਾਹੁੰਦੇ ਗੌਰਮੈਂਟ ਨੂੰ ਕਿ ਇੱਦਾਂ ਦੀਆਂ ਪਾਲਿਸੀਆਂ ਹੋਣ ਕਿ ਜਿੱਥੇ ਪਿੰਡਾਂ ਦੇ ਵਿੱਚ ਵੀ ਸਾਡੇ ਕੁਆਲੀਫਾਈਡ ਡਾਕਟਰ ਨੂੰ ਡਿਪਿਊਟ ਕੀਤਾ ਜਾਵੇ, ਜ਼ਿਆਦਾ ਡਿਪਿਊਟ ਕੀਤਾ ਜਾਵੇ। ਮਤਲਬ ਇਹ ਸਨ ਡਾਕਟਰ ਅਸ਼ੋਕ ਉੱਪਲ, ਜਿਵੇਂ ਦੱਸਿਆ ਉਹਨਾਂ ਨੇ ਵੀ ਕੁਐਕਰੀ ਵੱਡੀ ਸਮੱਸਿਆ ਹੈ, ਤੇ ਹੋਰ ਵੀ ਕਈ ਸਾਰੀਆਂ ਜਿਹੜੀਆਂ ਪ੍ਰੋਬਲਮਸ ਡਾਕਟਰਸ ਨੂੰ ਆ ਰਹੀਆਂ ਉਹ ਇਸ ਫੋਰਮ ਤੇ ਡਿਸਕਸ ਕੀਤੀਆਂ ਗਈਆਂ। ਡਾਕਟਰ ਪੁਰਥੀ ਕੋਲੋਂ ਮੇਰਾ ਇੱਕ ਹੋਰ ਸਵਾਲ, ਡਾਕਟਰ ਸਾਹਿਬ ਯੂਕਰੇਨ ਦੀ ਗੱਲ ਕੀਤੀ ਹੈ। ਡਾਕਟਰ ਸਾਹਿਬ ਇੱਕ ਪਹਿਲਾਂ ਤੇ ਅੱਜ ਵੀ ਬਹੁਤ ਸਾਰਾ ਬੱਚਾ ਬਾਹਰ ਜਾਂਦਾ ਯੂਕਰੇਨ, ਫਿਰ ਉੱਥੋਂ ਜਿਹੜਾ ਵੀ ਪ੍ਰੋਬਲਮ ਆਈ ਹੈ ਤੇ ਉਹਦਾ ਹੁਣ ਸਰਕਾਰ ਉਹਨਾਂ ਦੀ ਬਾਂਹ ਨਹੀਂ ਫੜ ਰਹੀ, ਤੇ ਤੁਹਾਨੂੰ ਕੀ ਲੱਗਦਾ ਉਹਨਾਂ ਦਾ ਕੈਰੀਅਰ ਡਾਵਾਂਡੋਲ ਹੈ ਜੀ? ਦੇਖੋ, ਸਰਕਾਰ ਇਹਦੇ 'ਚ ਗਲਤ ਨਹੀਂ ਹੈ ਜੀ, ਕਿਉਂਕਿ ਸਟੂਡੈਂਟਸ ਨੂੰ ਸਰਕਾਰ ਨੇ ਬਾਹਰ ਨਹੀਂ ਭੇਜਿਆ ਜੀ। ਅਗਰ ਉਹ ਸਟੂਡੈਂਟ ਇੱਥੇ ਇੰਡੀਆ ਦੇ ਵਿੱਚ ਕੁਆਲੀਫਾਈ ਨਹੀਂ ਕਰ ਪਾਏ, ਉਹਨਾਂ ਦੇ ਮਾਰਕਸ ਘੱਟ ਸੀ, ਮੈਰਿਟ ਘੱਟ ਸੀ, ਤੇ ਉਹਨਾਂ ਨੂੰ ਬਾਹਰ ਅਪਰਚੁਨਿਟੀ ਮਿਲ ਗਈ, ਤੇ ਬਾਹਰ ਅਪਰਚੁਨਿਟੀ ਤੋਂ ਬਾਅਦ ਉਹਨਾਂ ਨੂੰ ਇੰਡੀਆ ਦੇ ਵਿੱਚ ਆ ਕੇ ਵੀ ਇੱਕ ਟੈਸਟ ਪਾਸ ਕਰਨਾ ਪੈਂਦਾ ਫੋਰਨ ਮੈਡੀਕਲ ਗ੍ਰੈਜੂਏਟਸ ਨੂੰ, ਉਹਦੇ ਬਾਅਦ ਉਹਦੀ ਰਜਿਸਟ੍ਰੇਸ਼ਨ ਹੁੰਦੀ ਹੈ। ਤਾਂ ਇਹਦੇ ਵਿੱਚ ਹੀ ਸਰਕਾਰ ਨੂੰ ਦੋਸ਼ੀ ਨਹੀਂ ਕਰ ਸਕਦੇ, ਨਾ ਸਰਕਾਰ ਨੇ ਭੇਜਿਆ, ਰਾਦਰ ਸਰਕਾਰ ਨੇ ਉਹਨਾਂ ਦੀ ਮਦਦ ਕਰਕੇ ਉਹਨਾਂ ਨੂੰ ਯੂਕਰੇਨ 'ਚੋਂ ਸੇਫ ਬਾਹਰ ਲਿਆਂਦਾ। ਸੋ ਵੀ ਆਰ ਨਾਟ ਹੇਅਰ ਟੂ ਬਲੇਮ ਦੀ ਸਰਕਾਰ, ਗਵਰਨਮੈਂਟ ਨੂੰ ਬਲੇਮ ਕਰਨ ਦੀ ਲੋੜ ਨਹੀਂ ਇਹਦੇ 'ਚ, ਲੇਕਿਨ ਉਹ ਠੀਕ ਹੈ, ਉਹਨਾਂ ਦਾ ਕੈਰੀਅਰ ਵੀ ਸਟੇਕ 'ਤੇ ਹੈਗਾ, ਲੇਕਿਨ ਜੇ ਯੂਕਰੇਨ 'ਚ ਹੀ ਪੂਰੀ ਕਰਕੇ ਆਉਂਦੇ, ਉਹਦੇ ਬਾਅਦ ਇੰਟਰਨਸ਼ਿਪ ਇੱਥੇ ਕਰਦੇ ਆ ਕੇ, ਉਹਦੇ ਬਾਅਦ ਉਹ ਆਪਣਾ ਟੈਸਟ ਪਾਸ ਕਰਦੇ, ਫਿਰ ਹੀ ਇੱਥੇ ਕੁਆਲੀਫਾਈ ਹੋਣੇ ਸੀ, ਅਤੇ ਫਿਰ ਹੀ ਉਹ ਲਾਇਸੈਂਸ ਮਿਲਣਾ ਸੀ ਪ੍ਰੈਕਟਿਸ ਕਰਨ ਦਾ। ਸੋ ਮੇਰਾ ਇੱਕ ਸਿੰਗਲ ਲਾਈਨ ਮੈਸੇਜ ਇਹ ਹੈ ਕਿ ਇਹਦੇ ਵਿੱਚ ਗਵਰਨਮੈਂਟ ਦਾ ਕਸੂਰ ਨਹੀਂ, ਵੀ ਹੈਵ ਟੂ ਮੇਕ ਏ ਪੋਲਿਸੀ, ਲੇਕਿਨ ਉਹਨਾਂ ਦੀ ਮੈਰਿਟ ਨਹੀਂ ਸੀ ਇੰਡੀਆ 'ਚ, ਉਹਨਾਂ ਨੂੰ ਐਡਮਿਸ਼ਨ ਨਹੀਂ ਮਿਲੀ। ਦੂਸਰਾ ਮੈਸੇਜ ਇਹ ਹੈ ਕਿ ਜਿੰਨੇ ਵੀ ਡਾਕਟਰ ਨੇ ਜਿਹੜੇ ਪੰਜਾਬ ਮੈਡੀਕਲ ਕੌਂਸਲ ਜਾਂ ਜਿੰਨੀਆਂ ਸਟੇਟ ਕੌਂਸਲ ਦੇ ਵਿੱਚ ਰਜਿਸਟਰਡ ਨੇ, ਉਹਨਾਂ ਵਾਸਤੇ ਸਿੰਗਲ ਲਾਈਨ ਮੈਸੇਜ ਇਹ ਹੈ ਕਿ ਦੇ ਸ਼ੁੱਡ ਅਡੀਅਰ ਟੂ ਐਥੀਕਲ ਐਂਡ ਐਵੀਡੈਂਸ ਬੇਸਡ ਪ੍ਰੈਕਟਿਸ। ਜਿਹੜਾ ਵੀ ਕੰਮ ਕਰ ਰਹੇ ਨੇ ਉਹਦਾ ਐਵੀਡੈਂਸ ਹੋਣਾ ਚਾਹੀਦਾ ਵੀ ਆਹ ਹੈਗਾ ਜੀ, ਇਸ ਕਰਕੇ ਇਹ ਕੰਮ ਕੀਤਾ। ਕਿਉਂਕਿ ਜਿਹੜੇ ਕੁਐਕਸ ਨੇ ਉਹ ਸਾਡੀਆਂ ਹੀ ਪ੍ਰਿਸਕ੍ਰਿਪਸ਼ਨ ਨੂੰ ਫੋਲੋ ਕਰਦੇ ਨੇ, ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਡਰੱਗ ਦਿੱਤੀ ਕਦ ਲਈ, ਉਹਨਾਂ ਨੇ ਬਸ ਉਹ ਛਾਪ ਦੇਣਾ ਉੱਦਾਂ ਹੀ। ਦੇ ਡੋਂਟ ਨੋ ਦੀ ਸਾਈਡ ਇਫੈਕਟ ਆਫ ਦੈਟ ਡਰੱਗ, ਕਿ ਇਹਦੇ 'ਚ ਯੂਜ਼ ਕਰਨੀ ਕਿ ਨਹੀਂ ਕਰਨੀ। ਉਹ ਸਮਝਦੇ ਨੇ ਵੀ ਆਹ ਮਰੀਜ਼ ਹੈ, ਇਹਦੇ ਨਾਲ ਦਾ ਇਹੀ ਮਰੀਜ਼ ਨੂੰ ਦਵਾਈ ਦੇ ਦਿਓ। ਸੋ ਵੀ ਨੀਡ ਟੂ ਕੰਟਰੋਲ, ਕੁਐਕਰੀ ਨੂੰ ਨੱਥ ਪਾਉਣ ਦੀ ਲੋੜ ਹੈ। ਸੋ ਇਹ ਬੜੀ ਚੰਗੀ ਗੱਲ ਡਾਕਟਰ ਸਾਹਿਬ ਨੇ ਕੀਤੀ। ਦੇਖੋ, ਇੱਕ ਡਾਕਟਰ ਬਣਨ ਲਈ ਪਹਿਲੇ MBBS 5 ਸਾਲ ਲਾਉਣੇ ਪੈਂਦੇ, ਫਿਰ ਉਹ 3 ਸਾਲ ਉਹ ਆਪਣੀ ਸਪੈਸ਼ਲਿਟੀ ਕਰਦਾ, ਫਿਰ ਅੱਗੋਂ ਜੇ ਉਹ ਪੜ੍ਹਾਈ ਕਰਦਾ MCH ਬਣਦਾ ਜਾਂ DM ਕਰਦਾ, ਤੇ 3 ਸਾਲ ਉਹਨੂੰ ਫਿਰ ਲਾਉਣੇ ਪੈਂਦੇ ਨੇ। ਪਰ ਜਿਹੜੀ ਕੁਐਕਰੀ ਹੈ ਉਹ ਬੜੀ ਵੱਡੀ ਸਮੱਸਿਆ ਹੈ। ਅਸੀਂ ਵੀ ਸਰਕਾਰ ਨੂੰ ਇਹੀ ਬੇਨਤੀ ਕਰਾਂਗੇ ਵੀ ਡਾਕਟਰਾਂ ਦੀਆਂ, ਕਿਉਂਕਿ ਡਾਕਟਰ ਜੇ ਰੱਬ ਤੋਂ ਬਾਅਦ ਅੱਜ ਵੀ ਜੋ ਮਰਜ਼ੀ ਹੈ, ਰੱਬ ਦਾ ਰੂਪ ਡਾਕਟਰ ਨੂੰ ਹੀ ਮੰਨਿਆ ਜਾਂਦਾ, ਕਿਉਂਕਿ ਮਰੀਜ਼ ਦੀ ਜਾਨ ਤੇ ਜਦੋਂ ਬਣੀ ਹੁੰਦੀ ਹੈ ਤੇ ਮਰੀਜ਼ ਹਮੇਸ਼ਾ ਹੀ ਡਾਕਟਰ ਨੂੰ ਕਹਿੰਦਾ ਵੀ ਤੁਸੀਂ ਤੇ ਸਾਡੇ ਲਈ ਰੱਬ ਹੋ। ਹੋਰ ਵੀ ਇੱਥੇ ਬਹੁਤ ਸਾਰੇ ਲੋਕ ਆਏ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਾਂਗੇ। ਖਾਸ ਤੌਰ ਤੇ ਪਹੁੰਚੇ ਨੇ ਡਾਕਟਰ ਅਵਨੀਸ਼ ਕੁਮਾਰ, ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਿਸ ਦੇ। ਡਾਕਟਰ ਸਾਹਿਬ ਨਮਸਕਾਰ ਜੀ। ਨਮਸਕਾਰ ਜੀ। ਡਾਕਟਰ ਸਾਹਿਬ, ਅੱਜ ਤੁਸੀਂ ਇਸ ਕਾਨਫਰੰਸ 'ਚ ਆਏ ਹੋ, ਬੇਸਿਕਲੀ ਇਹਦਾ ਮਕਸਦ ਕੀ ਸੀਗਾ? ਇਸ ਕੌਂਸਲ ਦਾ ਮਕਸਦ ਹੈ ਸਾਰੀਆਂ ਕੌਂਸਲਸ ਦੇ ਪ੍ਰੋਬਲਮਸ ਆ ਰਹੀਆਂ ਡਿਫਰੈਂਟ, ਉਹਨਾਂ ਸਭ ਨੂੰ ਹੱਲ ਕਰਨ ਲਈ ਉਹ 'ਚੋਂ ਸਾਰੀਆਂ ਕੌਂਸਲਸ ਇੱਕੋ ਤਰ੍ਹਾਂ ਕੰਮ ਕਰਨ, ਇੱਕੋ ਤਰ੍ਹਾਂ ਦੀਆਂ ਪੈਨਲਟੀਜ਼ ਦੇਣ, ਐਥੀਕਲ ਨੋਨ ਐਥੀਕਲ ਕੀ ਹੁੰਦਾ ਉਹ ਡਿਫਾਈਨ ਕਰ ਸਕਣ। ਅੱਜ ਇਹ ਸਾਰੇ ਜੋ ਵੀ ਮੁੱਦੇ ਇਹਨਾਂ ਦੇ ਹੈ ਉਹਨਾਂ ਨੂੰ ਥ੍ਰੈਸ਼ ਆਊਟ ਕਰਕੇ ਸਾਰੀਆਂ ਕੌਂਸਲਸ ਇੱਕ ਪੇਜ 'ਤੇ ਹੋ ਜਾਣਗੀਆਂ। ਡਾਕਟਰ ਸਾਹਿਬ, 75 ਸਾਲ ਹੋ ਗਏ ਸਾਡੇ ਮੁਲਕ ਨੂੰ ਆਜ਼ਾਦ, ਹਜੇ ਵੀ ਅਨਐਥੀਕਲ ਕੁਛ ਚੱਲ ਰਿਹਾ ਜੀ? ਅਨਐਥੀਕਲ ਤਾਂ ਹਰ ਉਸ 'ਚ ਹੈ, ਹਰ ਪ੍ਰੈਕਟਿਸ 'ਚ, ਚਾਹੇ ਉਹ ਮੈਡੀਕਲ ਹੈ, ਇੰਜੀਨੀਅਰਿੰਗ ਹੈ, ਕਿਸੇ ਵੀ ਵਿੰਗ 'ਚ ਹੈ, ਅਨਐਥੀਕਲ ਤਾਂ ਹੋਊਗਾ, ਚਾਹੇ ਉਹ ਇੰਡੀਆ ਹੈ, ਅਮਰੀਕਾ, ਕਿਤੇ ਵੀ ਹੈ। ਕਿਸ ਤਰ੍ਹਾਂ ਦਾ ਅਨਐਥੀਕਲ ਹੋ ਰਿਹਾ ਤੇ ਇਹਨੂੰ ਕਿਸ ਤਰ੍ਹਾਂ ਦੂਰ ਕੀਤਾ ਜਾ ਸਕਦਾ? ਅਨਐਥੀਕਲ ਅਸੀਂ ਡਿਫਾਈਨ ਕਰ ਦਿਆਂਗੇ ਵੀ ਕੀ ਅਨਐਥੀਕਲ ਹੈ, ਕੀ ਕਰਨਾ ਵਾਜਿਬ ਹੈ, ਕੀ ਕਰਨਾ ਨਹੀਂ ਵਾਜਿਬ। ਅੱਜ ਤੋਂ ਬਾਅਦ ਉਹ ਇੱਕ ਡਿਫਾਈਨਡ ਹੋਊਗਾ, ਉਹ ਸਾਡੀ ਵੈਬਸਾਈਟ 'ਤੇ ਹੋਊਗਾ ਵੀ ਅਨਐਥੀਕਲ ਇਹ ਹੈ, ਅਤੇ ਉਹਦੀਆਂ ਸਜ਼ਾਵਾਂ ਪਹਿਲਾਂ ਵੀ ਹੈਗੀਆਂ। ਸਜ਼ਾਵਾਂ ਅਨਐਥੀਕਲ ਪ੍ਰੈਕਟਿਸਿਸ ਲਈ ਆਲਰੇਡੀ ਐਥੀਕਲ ਕਮੇਟੀ ਹੈ, ਸੈਂਟਰ 'ਚ ਨੈਸ਼ਨਲ ਮੈਡੀਕਲ ਕੌਂਸਲ 'ਚ ਐਥੀਕਲ ਬੋਰਡ ਹੈ, ਜਿਹੜਾ ਕੋਈ ਵੀ ਅਨਐਥੀਕਲ ਕੰਮ ਕਰਦਾ ਜਾਂ ਕਿਸੇ ਨੂੰ ਲੱਗਦਾ ਕਿ ਇਹ ਮੇਰੇ ਨਾਲ ਅਨਐਥੀਕਲ ਹੋਇਆ ਪੇਸ਼ੈਂਟ ਨਾਲ, ਪੇਸ਼ੈਂਟ ਕੰਪਲੇਂਟ ਕਰਦਾ ਜਾਂ ਦੂਸਰਾ ਡਾਕਟਰ ਕੰਪਲੇਂਟ ਕਰਦਾ, ਜਾਂ ਉਹਦਾ ਫੈਸਲਾ ਹੁੰਦਾ ਆਲਰੇਡੀ। ਪਰ ਹੁਣ ਇਹ ਹੈ ਕਿ ਇਹ ਹੈ ਕਿ ਅਨਐਥੀਕਲ ਕੀ ਹੈ ਉਹ ਡਿਫਾਈਨ ਹੋ ਜਾਊਗਾ, ਤਾਂ ਉਹਦੇ ਨਾਲ ਇਹ ਬੈਟਰ ਰਹੂਗਾ ਕਿ ਅਨਐਥੀਕਲ ਸਭ ਨੂੰ ਪਤਾ ਚੱਲ ਜੂਗਾ ਕੀ ਹੈ। ਅੱਛਾ ਡਾਕਟਰ ਸਾਹਿਬ, ਤੁਹਾਨੂੰ ਕੀ ਲੱਗਦਾ ਵੀ ਹਜੇ ਵੀ ਦੇਖੋ ਮੈਡੀਕਲ ਕਾਲਜਿਸ ਤੁਹਾਡੇ ਅੰਡਰ ਆਉਂਦੇ ਆ, ਕਿਉਂਕਿ ਤੁਸੀਂ DRME ਹੋ ਡਾਕਟਰ, ਬਹੁਤ ਸਾਰੀਆਂ ਉੱਥੇ ਕਮੀਆਂ ਹਜੇ ਵੀ ਅੱਜ ਵੀ ਦੇਖੋ ਨਾ, ਤਾਂ ਇੱਕਦਮ ਦੂਰ ਨਹੀਂ ਹੋ ਸਕਦੀਆਂ। ਇਹ ਦੂਰ ਕਰਨ ਦੀ ਸਰਕਾਰ
ਬਹੁਤ ਪ੍ਰਯਤਨਸ਼ੀਲ ਹੈ। ਉਹਦੇ ਲਈ ਜਿਹੜੇ ਫੰਡਸ ਆ ਉਹ ਐਲੋਕੇਟ ਕਰ ਰਹੀ ਹੈ। ਪਿੱਛੇ ਜੇ ਸਾਨੂੰ ਡਰੱਗਸ ਖਰੀਦਣ ਲਈ ਘਟ ਗਿਆ ਸੀ ਫੰਡ, ਤਾਂ ਉਹਦੇ ਲਈ ਸਪੈਸ਼ਲ ਮੰਤਰੀ ਸਾਹਿਬ ਨੇ 13.3 ਕਰੋੜ ਦਾ ਫੰਡ ਐਲੋਕੇਟ ਕਰਾਇਆ FD ਤੋਂ। ਅਦਰਵਾਈਜ਼ ਇਨ ਬਿਟਵੀਨ ਕਦੀ ਇਹ ਫੰਡ ਨਹੀਂ ਜਾਰੀ ਹੁੰਦਾ, RE 'ਚ ਜਾਂ ਜਾਰੀ ਹੁੰਦਾ ਤੇ ਜਾਂ ਬਜਟ 'ਚ। ਡਾਕਟਰ ਸਾਹਿਬ, ਗੁਰੂ ਨਾਨਕ ਦੇ ਹਸਪੀਟਲ ਦੀ ਜੇ ਗੱਲ ਕਰੀਏ, ਦਵਾਈਆਂ ਨਹੀਂ ਮਿਲਦੀਆਂ, ਹਮੇਸ਼ਾ ਸ਼ਿਕਾਇਤ ਰਹਿੰਦੀ ਲੋਕਾਂ ਦੀ। ਉਹ ਕਹਿੰਦੇ ਨਾ ਇੱਥੇ ਸੂਈ ਹੈ ਨਾ ਰੂਈ ਹੈ, ਤੇ ਡਾਕਟਰ ਕਈ ਸਪੈਸ਼ਲਿਸਟ, ਤੁਹਾਨੂੰ ਪਤਾ ਹੀ ਹੈ, ਸੁਪਰ ਸਪੈਸ਼ਲਿਸਟ ਤਾਂ ਹੈ ਹੀ ਨਹੀਂ ਉੱਥੇ। ਸੁਪਰ ਸਪੈਸ਼ਲਿਸਟ ਹੈ ਕੁਛ ਮਹਿਕਮਿਆਂ 'ਚ, ਪਰ ਅਸੀਂ ਸੁਪਰ ਸਪੈਸ਼ਲਿਸਟ ਹੋਰ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਐਡਵਰਟਾਈਜ਼ਮੈਂਟ ਦਿੱਤੀ ਹੈ, ਜਲਦੀ ਭਰਿਆ ਜਾਣਗੀਆਂ। ਤੇ ਤੁਹਾਨੂੰ ਕੀ ਲੱਗਦਾ, ਬਾਰ-ਬਾਰ ਐਡਵਰਟਾਈਜ਼ ਕਰਨ ਦੇ ਬਾਵਜੂਦ ਹੀ ਉੱਥੇ ਜਿਹੜੇ ਡਾਕਟਰ ਨਹੀਂ ਆ ਰਹੇ ਸੁਪਰ ਸਪੈਸ਼ਲਿਸਟ ਕਰਕੇ? ਨਹੀਂ, ਪਿੱਛੇ ਅਸੀਂ ਕਾਰਡੀਓਲੋਜਿਸਟ ਲਗਾਇਆ, ਕਾਰਡੀਓਲੋਜੀ ਡਿਪਾਰਟਮੈਂਟ 2 ਕਾਰਡੀਓਲੋਜਿਸਟ ਹੈ ਇਸ ਵਕਤ। ਤੇ ਇਹ ਨਹੀਂ ਹੈ ਕਿ ਨਿਊਰੋਲੋਜਿਸਟ ਨਹੀਂ, ਨਿਊਰੋ ਸਰਜਨ ਨਹੀਂ। ਦੇਖੋ ਪਿਛਲੇ ਸਾਲਾਂ 'ਚ ਜਦੋਂ ਦੀ ਐਡਵਰਟਾਈਜ਼ ਦਿੱਤੀ ਹੈ, ਕਾਰਡੀਓਲੋਜਿਸਟ ਆ ਗਿਆ, ਐਂਡੋਕਰਾਈਨੋਲੋਜਿਸਟ ਆ ਗਿਆ, ਤੇ ਟਾਈਮ ਲੱਗਦਾ। ਤੇ ਡਾਕਟਰ ਸਾਹਿਬ ਦੇਖੋ, ਪਹਿਲੇ ਕਹਿ ਰਹੀ ਸਰਕਾਰ, ਕਹਿ ਰਹੀ ਵੀ ਹੋਰ ਮੈਡੀਕਲ ਕਾਲਜ ਖੋਲ੍ਹਣੇ, ਪਰ ਹਜੇ ਜਿਹੜੇ ਡਾਕਟਰ ਪੂਰੇ ਨਹੀਂ ਹੋ ਪਾ ਰਹੇ। ਬਹੁਤ ਸਾਰੇ ਪੂਰੇ ਜਿਹੜਾ ਮੈਡੀਕਲ ਕਾਲਜ ਵਾਸਤੇ ਸਟਾਫ ਆ ਉਹ ਤਾਂ ਪੂਰਾ ਹੈ। ਮੈਡੀਕਲ ਕਾਲਜ ਤੋਂ ਇਲਾਵਾ ਜਿਹੜੇ ਸੁਪਰ ਸਪੈਸ਼ਲਿਟੀ ਚਲਾਉਣ ਲਈ ਆ ਉਹ 'ਚ ਕੁਝ ਘਾਟ ਹੈ। ਉਹ ਕੁਛ ਪੂਰਾ ਅਸੀਂ ਦੁਬਾਰਾ ਐਡਵਰਟਾਈਜ਼ ਦੇ ਉਹਨਾਂ ਨੂੰ ਕੋਈ ਸਪੈਸ਼ਲ ਇਨਸੈਂਟਿਵ ਦੇ ਕੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਮੈਨੂੰ ਲੱਗਦਾ ਹੈ ਕਿ ਜਲਦੀ ਹੀ ਇਹ 'ਚ ਸਰਕਾਰ ਲੋਕ ਬਹੁਤ ਉਮੀਦਾਂ ਕਰਦੇ ਹੈ ਡਾਕਟਰਾਂ ਕੋਲੋਂ, ਖਾਸ ਕਰਕੇ ਵੀ ਸਰਕਾਰੀ ਹਸਪਤਾਲਾਂ 'ਚੋਂ। ਐਜ਼ ਵੈਲ ਐਜ਼ ਤੁਸੀਂ ਕੀ ਉਮੀਦ ਕਰਦੇ ਹੋ ਕਿ ਮਰੀਜ਼ ਜਾਂ ਕਿਸ ਤਰ੍ਹਾਂ ਦਾ ਸਹਿਯੋਗ ਚਾਹੁੰਦੇ ਹੋ? ਮਰੀਜ਼ ਤਾਂ ਚਾਹੁੰਦਾ ਜੀ ਸਾਨੂੰ ਹਰ ਚੀਜ਼ ਮਿਲੇ, ਇੱਥੇ ਇਹ ਵੀ ਮਿਲੇ, ਨਵੀਆਂ ਚਾਦਰਾਂ, ਅਟੈਂਡੈਂਟ। ਤੇ ਐਜ਼ ਡਾਕਟਰ ਕੀ ਚਾਹੁੰਦਾ ਵੀ ਕਿਸ ਤਰ੍ਹਾਂ ਦਾ ਬਿਹੇਵੀਅਰ ਹੋਵੇ? ਦੇਖੋ, ਮਰੀਜ਼ ਇਹ ਜਿਹੜੀ ਜੋ ਵੀ ਤਕਲੀਫਾਂ ਮਰੀਜ਼ਾਂ ਦੀਆਂ, ਅਸੀਂ ਉਹਨੂੰ ਸੁਣਨ ਲਈ ਬੈਠੇ ਹਾਂ। ਉਹਨਾਂ ਨੂੰ ਵੀ ਜਿਹੜੀਆਂ ਹੈ ਇੱਕਦਮ ਤਾਂ ਸਾਰੀਆਂ ਚੀਜ਼ਾਂ ਸੁਧਰ ਨਹੀਂ ਜਾਣਗੀਆਂ। ਕੋਈ ਵੀ ਜਾਦੂ ਦੀ ਚੜੀ ਨਹੀਂ ਹੈ ਕਿਸੇ ਕੋਲ। ਲਾਸਟ ਵਾਲਾ ਜੀ, ਜਿਹੜਾ ਹਮੇਸ਼ਾ ਹੀ ਇਹ ਬੜਾ ਰੌਲਾ ਹੁੰਦਾ ਵੀ ਡਾਕਟਰ ਪ੍ਰਾਈਵੇਟ ਪ੍ਰੈਕਟਿਸ ਕਰਦੇ ਆ। ਮੈਡੀਕਲ ਕਾਲਜ ਦੇ ਵਿੱਚ ਬਹੁਤ ਸਾਰੇ ਆਰੋਪ ਲੱਗਦੇ ਆ, ਅਨਸਥੀਸੀਆ ਡਿਪਾਰਟਮੈਂਟ, ਹੋਰ ਵੀ ਕਈ ਐਸੇ ਡਿਪਾਰਟਮੈਂਟ ਨੇ ਬਾਹਰ ਸੇਵਾਵਾਂ ਦਿੰਦੇ, ਇੱਥੇ ਘੱਟ ਦਿੰਦੇ ਆ। ਇਹ ਐਥੀਕਲ ਹੈ ਜਾਂ ਅਨਐਥੀਕਲ? ਦੇਖੋ, ਇਹ 'ਚ ਜੇ ਸਰਕਾਰ ਦੇ ਧਿਆਨ 'ਚ ਲਿਆਂਦਾ ਜਾਂਦਾ ਕਿ ਕੋਈ ਬਾਹਰ ਪ੍ਰੈਕਟਿਸ ਕਰਦਾ, ਗਲਤ ਹੈ, ਕਿਉਂਕਿ ਅਨਐਥੀਕਲ ਹੈ ਜੀ। ਠੀਕ ਹੈ। ਇਹ ਸਨ ਡਾਕਟਰ ਸਾਹਿਬ, ਤੁਸੀਂ ਕੁਝ ਹੋਰ ਦੱਸਣਾ ਚਾਹੋ ਇਸ ਕਾਨਫਰੰਸ ਬਾਰੇ? ਇਸ ਕਾਨਫਰੰਸ 'ਚੋਂ ਨਿਕਲ ਕੇ ਇਸ ਕਾਨਫਰੰਸ ਹੋਣ ਤੋਂ ਬਾਅਦ ਮੈਨੂੰ ਉਮੀਦ ਹੈ ਕਿ ਇੱਕ ਸਾਰੀਆਂ ਕੌਂਸਲਸ ਇੱਕ ਪਲੇਟਫਾਰਮ 'ਤੇ ਹੋਣਗੀਆਂ ਅਤੇ ਉਹ ਹਰ ਚੀਜ਼ ਡਿਫਾਈਨ ਕਰਨਗੀਆਂ। ਅੱਜ ਉਹ ਕੁਛ ਨਾ ਕੁਛ ਕਾਗਜ਼ ਬਣਾਉਣਗੀਆਂ, ਕੋਈ ਪੁਆਇੰਟਰਸ ਦੇਣਗੀਆਂ। ਜੇ ਨੈਸ਼ਨਲ ਮੈਡੀਕਲ ਕਮਿਸ਼ਨ ਨੂੰ ਵੀ ਜਾਊਗਾ ਅਤੇ ਸਰਕਾਰ ਨੂੰ ਵੀ ਜਾਊਗਾ ਕਿ ਕਿੱਦਾਂ ਹੋਣਾ ਚਾਹੀਦਾ। ਧੰਨਵਾਦ। ਇਹ ਸਨ ਡਾਕਟਰ ਅਵਨੀਸ਼, DRME ਵੀ ਨੇ ਪੰਜਾਬ ਸਰਕਾਰ 'ਚ, ਅਤੇ ਇਹਨਾਂ ਕੋਲ ਬਾਬਾ ਫਰੀਦ ਯੂਨੀਵਰਸਿਟੀ ਆਫ ਜਿਹੜੇ ਮੈਡੀਕਲ ਸਾਇੰਸਿਸ ਦਾ ਚਾਰਜ ਵੀ ਹੈਗਾ। ਇਹਨਾਂ ਦਾ ਕਹਿਣਾ ਵੀ ਜਿਹੜੇ ਪ੍ਰਾਈਵੇਟ ਪ੍ਰੈਕਟਿਸ ਕਰਦੇ ਹੋ ਬਿਲकुल अनएथिकल है। जो सरकार के ध्यान चाहेगा तो उन्होंने ते कार्रवाई भी जरूर होएगी। हमारे साथ हैं गुजरात से आए हैं डॉक्टर पटेल हैं, डॉक्टर BC राय अवार्ड इनको मिल चुका है। डॉक्टर साहब नमस्कार जी। नमस्ते। नमस्कार डॉक्टर साहब, ये आज कॉन्फ्रेंस कराई, इसका डॉक्टर साहब बेसिकली इसका मकसद क्या था जी? देखिए, हर स्टेट में स्टेट की मेडिकल काउंसिल है, वो स्टेट मेडिकल काउंसिल स्टेट के एक्ट से बनी हुई है। अब मेडिकल फील्ड में जो भी जिम्मेदारियां है रजिस्ट्रेशन की या मेडिकल फील्ड के जो इश्यूज़ होते हैं पेशेंट्स के, वो मेडिकल काउंसिल के पास आते हैं, स्टेट मेडिकल काउंसिल, और उनको वो रिजॉल्व करती है। अभी कुछ नई बातें भी उभरी हुई है, जैसे फॉरेन में जो मेडिकल ग्रेजुएट्स हुए उनके इंटर्नशिप का इश्यू है, तो किस तरह से उसको हम रिजॉल्व। यूक्रेन वाला मैटर है, सब फॉरेन कंट्रीज, इसमें चाइना भी आ गया, यूक्रेन भी आ गया और फिलीपाइंस भी आ गया। तो काफ़ी इश्यूज़ है जिसमें कुछ क्वेरीज है स्टेट मेडिकल काउंसिल की, तो वो मिलके इश्यूज़ क्या है उनको किस तरह से क्लियर किया जा सकता है, कंसेशंस बना के क्या कर सकते हैं, और नेशनल मेडिकल काउंसिल का भी उसमें क्या रोल हो सकता है और स्टेट मेडिकल काउंसिल क्या बात करना चाहती है। तो ये सब जो चीज़ें हैं वो अगर मिलेंगे और डायलॉग होगा तभी उसको ठीक तरह से हम हल कर पाएंगे। तो ये एक बहुत बड़ी बात है कि स्टेट मेडिकल काउंसिल का एक गैदरिंग आज पंजाब मेडिकल काउंसिल ने यहाँ अमृतसर में किया है। बहुत सारे चीज़ों का डिस्कशन होगा और बहुत सारे जो इश्यूज़ है वो उसमें से क्लियर होंगे, और मुझे लगता है कि कॉन्सेंसस जो बनेगा
वो एक गाइडलाइन बनाएगा जो हर स्टेट मेडिकल काउंसिल को गाइड करेगा, और उसका बेनिफिट पेशेंट्स को हर स्टेट के और वहाँ के जो लोकल इश्यूज़ है उसको मिलेगा। और एनएमसी से भी जो क्लैरिफिकेशन या क्लैरिटी चाहिए वो आई थिंक ऑन द बेसिस ऑफ दिस हम उनसे मांगेंगे और ये इश्यूज़ रिजोल्व होंगे। सरकारों से किस तरह की मदद चाहते हैं, क्योंकि देखिए प्राइवेट अगर हॉस्पिटल ना हो या प्राइवेट डॉक्टर्स ना हो तो सरकारों के बस का नहीं है मेडिकल फैसिलिटी प्रोवाइड करना लोगों के लिए। देखिए अभी तो स्टेट मेडिकल काउंसिल्स के पास जो जिम्मेदारी है ये मेनली दो ही है कि किस तरह से जो मेडिकल ग्रेजुएट्स या पोस्ट ग्रेजुएट्स बाहर आते हैं उनको एक रजिस्ट्री बनानी है, उनका रजिस्ट्रेशन करना है, उनको निभाना है, एक बड़ी जिम्मेदारी ये है। दूसरी जिम्मेदारी ये है कि पेशेंट्स जो ट्रीटमेंट लेते हैं अब वो CPA के दायरे में भी आ गए हैं, बट निग्लिजेंस वगैरह की वजह से अगर उनको परेशानी है तो वो जो उनकी कंप्लेन है उसको स्टेट मेडिकल काउंसिल हल करती है। तो ये सब इश्यूज़ है, यहाँ हमें कोई गवर्नमेंट से कोई हेल्प चाहिए इसके लिए कोई बात नहीं है। आई थिंक कि वी आर ऑफ आवर ओन, ए ऑटोनमस बॉडी है, क्वासी जुडिशरी बॉडी है, एंड दे आर हैविंग देयर ओन पावर एंड राइट्स एंड रिस्पॉन्सिबिलिटीज अलॉन्ग विद दोज थिंग्स। तो उसको ठीक तरह से एक कॉन्सेंस बना के एक यूनिमसली बनाया जाए और बातें, और उसको हर स्टेट लागू करे, ठीक तरह से लागू करे, इक्वली लागू करे, वही बात इम्पोर्टेंट है। आप कुछ और कहना चाहें, कुछ मैसेज, कुछ संदेश देना चाहें? आई थिंक कि नेशनल मेडिकल काउंसिल और स्टेट मेडिकल काउंसिल्स के डायलॉग बने रहते हैं और स्टेट मेडिकल काउंसिल्स के अपनी तरह से डायलॉग बने रहते हैं। तो काफ़ी चीज़ें का डिसीज़न लेने से पहले उनके इश्यूज़ क्या है, उनको किस तरह से हल किया जा सकता है, किस तरह से पॉलिसी बनानी चाहिए, तो आई थिंक दैट विल बी वेरी हेल्पफुल। आई थिंक ये ज़रूरी है। ये थे डॉक्टर नितिन वोहरा जो कि गुजरात से ख़ास तौर पर आए हैं। ये वहाँ के मेडिकल काउंसिल के जो प्रधान हैं। हमारे साथ है डॉक्टर गिरीश त्यागी, ये दिल्ली से आए हैं। डॉक्टर साहब, आज के आप जो भी इसका निकला है क्या बताना चाहेंगे आप, उसका फ़ायदा क्या होगा? बेसिकली इश्यूज़ ये हैं कि जो हमारा स्टेट मेडिकल काउंसिल के इश्यूज़ हैं, जो कि रजिस्ट्रेशन से, NOC से, और भी इश्यूज़ हैं कि जिसमें कि ट्रांसपेरेंसी नहीं है, और नेशनल मेडिकल कमीशन से हम पूछ रहे होते हैं तो नेशनल मेडिकल कमीशन कोई जवाब दे रहा था। इस माध्यम से कम स्टेट मेडिकल काउंसिल एक प्लेटफॉर्म पे आ जाएंगे। कम से कम हमारी जो पॉलिसीज़ हैं हम सारे आपस में कम से कम एक हमारा इंटरेक्शन, हमारा जो कॉरस्पॉन्डेंस होगी उसका हम एक तरह से जो पब्लिक को रजिस्ट्रेशन के लिए, बाकी इश्यूज़ के लिए जो नेग्लिजेंस में हमने क्या करना है, कैसे पनिशमेंट होना चाहिए, वो भी सारे इश्यूज़ डिस्कस करके इसमें से जो एक हमारा अल्टीमेट एक कंसेंसस निकलेगा, उसके बाद एक जो कि एक अच्छा कदम होगा पब्लिक के लिए भी, डॉक्टर्स के लिए भी, और आगे हमारे काउंसिल्स के लिए भी। आपको क्या लगता है आज भी डॉक्टरी जो प्रोफेशन है वो किस दौर से गुजर रहा है, उनको किस तरह की मुश्किलें जो है उनका सामना करना पड़ रहा है? डॉक्टर्स प्रोफेशन तो इस टाइम मुश्किल दौर से गुजर रहा है, ख़ास तौर से ऐसे माहौल में जबकि जिसमें कि पब्लिक, मीडिया, पुलिस, पॉलिटिशियंस, इवन द कोर्ट्स, दे आर, ये सारे के सारे जो हैं डॉक्टर्स के खिलाफ हैं हर तरह से। और इसका कारण क्या है? कारण यह कि जो पब्लिक में एक तरह से उनको लगता है कि पब्लिक को जो अगर कोई एरर भी हो, एक गलती, डॉक्टर की गलती जरूरी नहीं कि वो नेग्लिजेंस है, उनको लगता है कि एक डॉक्टर की गलती हुई है और उसको नेग्लिजेंस में कन्वर्ट करके डॉक्टर्स के ऊपर असॉल्ट करा जाता है, उनको घसीटा जाता है डिफरेंट कोर्ट्स में, कंज्यूमर कोर्ट्स में। तो इसका नतीजा ये हुआ कि जो एक हमारा जो ट्रीटमेंट है वो कॉस्टली हुआ है, डॉक्टर डिफेंसिव प्रैक्टिस पे आ गए हैं। क्योंकि सबसे पहले मैं अगर डॉक्टर के ऊपर मेरे को डर है कि मेरे को पीटा जाएगा, मेरे अस्पताल में तोड़फोड़ की जाएगी, तो मैं एक डिफेंसिव प्रैक्टिस पे आऊँगा। डिफेंसिव प्रैक्टिस का मतलब है कि अगर किसी मरीज को टेस्ट की ज़रूरत नहीं है उसको भी टेस्ट कराने पड़ेंगे अपने डॉक्टर का बचाव के लिए। तो इसलिए जो ट्रीटमेंट कॉस्टली हो रहा है, और ट्रीटमेंट जब कंज्यूमर प्रोटेक्शन एक्ट लगने के बाद से, क्योंकि ट्रीटमेंट जो मरीज हैं, जो रिश्तेदार हैं, वो अपने आप को कंज्यूमर मान रहे हैं और डॉक्टर को सर्विस प्रोवाइडर मान रहे हैं। उनको लगता है कि अगर हमने पैसे दिए हैं तो हमारा हक है, और उसी के जरिए जो हमारा नेग्लिजेंस के केसेस और जो असॉल्ट के केसेस धीरे धीरे बढ़ रहे हैं, वो इसी का नतीजा है। आज भी डॉक्टर मुश्किल दौर से गुजर रहे हैं, तो क्या आपको लगता है कि इसका कभी सोल्यूशन निकल पाएगा? इसका सोल्यूशन ये है कि जो पब्लिक को जागरूक करना पड़ेगा कि भी जो उनके पास डिफरेंट प्लेटफॉर्म्स हैं, अगर डॉक्टर की गलती है तो डिफरेंट प्लेटफॉर्म, स्टेट मेडिकल काउंसिल है, बाकी या मेडिकल काउंसिल ऑफ इंडिया है जो नेशनल मेडिकल कमीशन में बदल गई है, या गवर्नमेंट से, उन पर आप अपने कंप्लेंट करिए, ना कि वहाँ पे तोड़फोड़ करके डॉक्टर को असॉल्ट करा जाए, डॉक्टर को प्रताड़ित करा जाए। मतलब एक बात और कि डॉक्टर हमेशा नहीं, कोई चाहता नहीं है, भले ही उस पर आरोप लगें ये पैसे बहुत लेते हैं, कि नहीं चाहता है कि मेरे पेशेंट खराब हो या उसकी मौत हो जाए। जी, डॉक्टर कभी नहीं जाएगा। डॉक्टर का प्राइमरी पर्पज़ ये है कि मरीज ठीक हो किसी हिसाब से। और जो जहाँ तक पैसे के भी सवाल है ना, आप देखेंगे जो
पैसे दिए जा रहे हैं वो दिए जा रहे हैं अस्पताल को या कॉर्पोरेट अस्पताल को या नर्सिंग होम को, जहाँ पर डॉक्टर्स का शेयर उतना नहीं है। तो जो क्योंकि जो इन्वेस्टिगेशन पे या फार्मेसी पे ज़्यादा पैसे खर्च होते हैं, जो ना कि डॉक्टर की फ़ीस के ऊपर। देखिए आज भी डॉक्टर जो हैं, ये मेडिकल प्रोफेशन मुश्किल दौर से गुजर रहा है। इस कॉन्फ्रेंस का यही मकसद था, सभी डॉक्टरों को, सभी स्टेट की जो काउंसिल्स हैं, मेडिकल काउंसिल्स हैं जो काम कर रही हैं, उन्हें एक प्लेटफॉर्म पर लाना।